ਧੰਨ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਿਉਂ ਬੁਲਾਵੈ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਦੋਹਰਾ ਬਲ ਛੁਟ ਕਿਉ ਬੰਧਨ ਪਰੇ, ਕਛੂ ਨ ਹੋਤੀ ਉਪਾਇ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਇ। ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤੇ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਇ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਇ। ਸਾਹਿਬਾਂ ਦੀ ਮੁਕੱਦਸ ਮੁਬਾਰਕ ਖੁਸ਼ੀਆਂ ਭਰੀ ਗੋਦ ਵਿੱਚ ਸਜ ਬੈਠੇ ਸਤ ਸੰਗੀ ਜਨੋਂ, ਵੱਡ ਭਾਗੇ ਖਾਂ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਬੈਠ ਕੇ ਰੱਬੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸਤਿਗੁਰ ਦਾਤਾ ਕਿਰਪਾ ਕਰੇ, ਰਹਿਮ ਕਰੇ। ਕੀਰਤਨ ਦੀ ਦਾਤ ਸਾਡੀ ਝੋਲੀ ਵਿੱਚ ਪੈ ਜਾਏ ਤੇ ਇਸੇ ਤਰ੍ਹਾਂ ਬਾਣੀ ਪੜ੍ਹ ਸੁਣ ਕੇ ਆਪਣੇ ਜੀਵਨ ਨੂੰ ਸੁਚੱਜਾ ਤੇ ਸੋਹਣਾ ਆਪਾਂ ਬਣਾ ਸਕੀਏ। ਸਤਿਗੁਰੂ ਜੀ ਨੇ ਜਦੋਂ ਗੱਲ ਬਾਣੀ ਦੀ ਕੀਤੀ ਤਾਂ ਬੜਾ ਪਿਆਰਾ ਬਚਨ ਆਪਣੇ ਤੇ ਢੁਕਾ ਕੇ ਸਮੁੱਚੇ ਸੰਸਾਰ ਨੂੰ ਉਹ ਗੱਲ ਸਮਝਾ ਦਿੱਤੀ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਅੰਮ੍ਰਿਤ ਦੇ ਵਿੱਚ ਭਿੱਜੀ ਹੋਈ ਇਹ ਅੰਮ੍ਰਿਤ ਦੀ ਧਾਰ ਸਾਨੂੰ ਬੜੀ ਪਿਆਰੀ ਲੱਗਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਬਚਨ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ। ਇੱਕ ਪਲ ਵੀ, ਇੱਕ ਨਿਮਕ ਵੀ ਸਤਿਗੁਰਾਂ ਨੇ ਆਪਣੇ ਮਨ ਤੋਂ ਦੂਰ ਨਹੀਂ ਕੀਤਾ। ਬੜਾ ਅਦਬ, ਬੜਾ ਸਤਿਕਾਰ ਸਤਿਗੁਰੂ ਜੀ ਨੇ ਧੁਰ ਕੀ ਬਾਣੀ ਨੂੰ ਦਿੱਤਾ। ਹੋ ਸਕਦਾ ਹੈ
ਜਿਨ੍ਹਾਂ ਦੀ ਝੋਲੀ ਵਿੱਚ ਇਹ ਖਜ਼ਾਨਾ ਪਾਇਆ, ਸਾਡੇ ਵਰਗਿਆਂ ਨੇ ਬਹੁਤਾ ਸਤਿਕਾਰ ਨਹੀਂ ਕੀਤਾ। ਸਾਨੂੰ ਪਿਓ ਦਾਦੇ ਦੀ ਵਿਰਾਸਤ ਦੇ ਵਿੱਚੋਂ ਇਹ ਖਜ਼ਾਨਾ ਮਿਲਿਆ ਸੀ, ਉਹਨੇ ਆਪਣੇ ਪੁੱਤਰਾਂ ਦੀ ਝੋਲੀ ਵਿੱਚ ਨਹੀਂ ਪਾਇਆ, ਉਹਨੇ ਸਿੱਖਾਂ ਦੀ ਝੋਲੀ ਵਿੱਚ ਪਾਇਆ। ਤੇ ਸਿੱਖਾਂ ਦੀ ਝੋਲੀ ਵਿੱਚ ਪਾ ਕੇ ਬਾਬੇ ਅਮਰਦਾਸ ਨੇ ਆਪਣੇ ਪੁੱਤਰਾਂ ਨੂੰ ਆਵਾਜ਼ ਨਹੀਂ ਸੀ ਮਾਰੀ। ਧਿਆਨ ਨਾਲ ਸੁਣਿਓ, ਸੰਖੇਪ ਜੀ ਵਿਚਾਰ ਬਾਣੀ ਦੇ ਸੰਬੰਧ ਵਿੱਚ। ਜਦੋਂ ਇਹ ਖਜ਼ਾਨਾ ਸਤਿਗੁਰੂ ਜੀ ਦੇ ਰਹੇ ਸਨ ਤੇ ਆਪਣੇ ਪੁੱਤਰਾਂ ਨੂੰ ਭਾਈ ਦਾਤੂ, ਭਾਈ ਦਾਸੂ ਜੀ ਨਹੀਂ ਆਵਾਜ਼ ਮਾਰੀ ਉਹਨਾਂ ਨੂੰ। ਆਵਾਜ਼ ਮਾਰ ਕੇ ਇੱਕੋ ਨਾਮ ਨੂੰ ਸੰਬੋਧਨ ਕੀਤਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਹਮਾਰੀ ਪਿਆਰੀ ਅੰਮ੍ਰਿਤ ਧਾਰੀ। हे ਮੇਰੇ ਪਿਆਰੇ ਸਿੱਖੋ, ਆਵੋ ਗਾਵੋ ਸੱਚੀ ਬਾਣੀ, ਸੱਚ ਦੀ ਰੰਗਤ ਦੇ ਵਿੱਚ ਰੰਗੀ ਹੋਈ ਇਸ ਬਾਣੀ ਨੂੰ ਗਾਉਣਾ ਕਰੋ, ਇਹਨੂੰ ਸੁਣਨਾ ਕਰੋ। ਇਹ ਤੁਹਾਡੇ ਸੁਣਨ ਦੇ ਲਈ ਹੈ। ਜਿਵੇਂ ਨਾ ਭੋਜਨ ਦੀ ਥਾਲੀ ਬਣਾ ਕੇ, ਪ੍ਰਸ਼ਾਦਾ ਪਾ ਕੇ ਥਾਲੀ ਦੇ ਵਿੱਚ ਕੌਲੀਆਂ ਸਬਜ਼ੀ ਦੀਆਂ ਧਰ ਕੇ ਤੇ ਕਿਸੇ ਦੇ ਅੱਗੇ ਰੱਖ ਦਿੱਤਾ ਜਾਵੇ, ਉਹ ਵਿਚਾਰਾ ਵੇਖੀ ਜਾਵੇ ਤੇ ਦੂਜਾ ਬੰਦਾ ਆ ਕੇ ਉਹਨੂੰ ਆਖੇ ਕਿ ਵੀ ਇਹਨੂੰ ਵੇਖੀ ਜਾਣਾ, ਤੇਰੇ ਖਾਣ ਦੇ ਲਈ ਆ, ਇਹ ਵੇਖਣ ਦੇ ਲਈ ਨਹੀਂ ਹੈ। ਬਸ ਇਹੀ ਕਹਾਣੀ ਤੁਹਾਨੂੰ ਨਹੀਂ ਲੱਗਦਾ ਕਿ ਵੀ ਸਾਡੇ ਨਾਲ ਵੀ ਇੱਦਾਂ ਹੀ ਬਣ ਰਿਹਾ? ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਥਾਲ ਵਿੱਚ 3 ਵਸਤੂ ਪਈਓ, ਮੈਂ ਐਡਾ ਸੋਹਣਾ ਥਾਲ ਸਜਾ ਕੇ ਦਿੱਤਾ ਹੈ ਤੇ ਇਹ ਸਿਰਫ ਵੇਖੀ ਜਾ ਰਿਹਾ। ਜਾਂ ਇਹਨੇ ਕੀ ਕੀਤਾ, ਉਹਦੇ ਉੱਤੇ ਭੋਜਨ ਜਿਹੜਾ ਆਇਆ, ਪ੍ਰਸ਼ਾਦਾ ਆਇਆ, ਉਹਦੇ ਉੱਤੇ ਕੱਪੜਾ ਰੱਖ ਦਿੱਤਾ। ਇਸੇ ਤਰ੍ਹਾਂ ਸਾਨੂੰ ਨਹੀਂ ਲੱਗਦਾ ਕਿ ਵੀ ਆਪਾਂ ਇਸ ਭੋਜਨ ਦੇ ਉੱਤੇ ਜਿਹਨੂੰ ਚਾਹੀਦਾ ਸੀ ਖਾਵੈ ਖਰਚਾ ਰਲ ਮਿਲ ਭਾਈ, ਤੇ ਆਪਾਂ ਉਹਨੂੰ ਰੁਮਾਲਿਆਂ ਥੱਲੇ ਢੱਕ ਦਿੱਤਾ। ਕਿਤੇ ਸੋਚਿਆ ਇਸ ਗੱਲ ਨੂੰ, ਕਦੀ ਵਿਚਾਰਿਆ ਆਪਾਂ ਇਸ ਗੱਲ ਨੂੰ? ਸਰੋ ਵਿਚਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਹਮਾਰੀ ਪਿਆਰੀ ਅੰਮ੍ਰਿਤ ਧਾਰੀ। ਇਹ ਅੰਮ੍ਰਿਤ ਦੀ ਧਾਰ ਹੈ, ਇਹ ਬੜੀ ਪਿਆਰੀ ਹੈ। ਵਾ ਪਿਆਰੀ ਉਸੇ ਨੂੰ ਲੱਗੇਗੀ ਜਿਹਦੇ ਮਨ ਨੂੰ ਛੂ ਗਈ ਏ, ਤੇ ਜਣੇ ਖਣੇ ਦੇ ਮਨ ਨੂੰ ਥੋੜ੍ਹਾ ਛੂੰਦੀ ਹੈ। ਬੜੇ ਵਿਰਲੇ ਹੁੰਦੇ ਆ ਤੁਹਾਡੇ ਵਰਗੇ ਜਿਨ੍ਹਾਂ ਦੇ ਮਨ ਨੂੰ ਸਤਿਗੁਰੂ ਜੀ ਦੀ ਬਾਣੀ ਛੂ ਜਾਂਦੀ ਹੈ। ਇਹ ਸ਼ਬਦ ਛੂ ਜਾਏ, ਤੀਰ ਹੁੰਦਾ ਨਾ, ਤੀਰ, ਉਹਦਾ ਅਗਲਾ ਤਿੱਖਾ ਜਿਹੜਾ ਜਗ੍ਹਾ ਹੁੰਦੀ ਹੈ, ਉਹ ਜਦੋਂ ਕਿਸੇ ਦੇ ਵੱਜਦੀ ਚੁੱਭਦੀ ਹੈ ਨਾ, ਫਿਰ ਉਹਨੂੰ ਮਹਿਸੂਸ ਹੁੰਦਾ ਹੈ। ਸੂਈ ਜਿਹਦੇ ਚਬੋਈਏ ਉਹਨੂੰ ਮਹਿਸੂਸ ਹੁੰਦਾ ਹੈ। ਬਸ ਇਹ ਸ਼ਬਦ ਦਾ ਬਾਣ ਹੈ, ਬਾਣੀ ਦਾ ਬਾਣ ਹੈ, ਜਿਹਦੇ ਚੁੱਭਦਾ ਮਹਿਸੂਸ ਉਹਨੂੰ ਹੁੰਦਾ ਹੈ। ਇਹ ਬੜੀ ਪਿਆਰੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰੂ ਨਿਮਕ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਕਰਤਾਰ ਦੇ ਰੰਗ ਦੇ ਵਿੱਚ ਰੰਗੀ ਹੋਈ ਹੈ, ਤੇ ਇਹਨੂੰ ਆਪਾਂ ਵੀ ਕਰਤਾਰ ਦੇ ਰੰਗ ਦੇ ਵਿੱਚ ਰੰਗੀ ਹੋਈ ਵੇਖਣਾ, ਦੁਨਿਆਵੀ ਤੌਰ 'ਤੇ ਨਹੀਂ। ਜਿਵੇਂ ਇੱਕ ਬਚਨ ਆਪਾਂ ਪੜ੍ਹਦੇ ਹਾਂ ਸਤਿਗੁਰੂ ਜੀ ਦਾ, ਲੋਕ ਜਾਣੈ ਇਹ ਗੀਤ ਹੈ, ਸਿਰਫ ਸੰਸਾਰ ਲਈ ਇਹ ਗੀਤ ਹੈ। ਜਿਵੇਂ ਆਮ ਸੰਸਾਰ 'ਤੇ ਗੀਤ ਤੁਰਦੇ ਨੇ, ਸੰਸਾਰ ਕਹਿੰਦਾ ਗੀਤ ਚੱਲ ਰਿਹਾ, ਬਸ ਸੰਸਾਰ ਦੇ ਕੋਲ ਇਹ ਸ਼ਬਦ ਲਾ ਦੀ ਤੇ ਸੰਸਾਰ ਆਖੇਗਾ ਗੀਤ ਚੱਲ ਰਿਹਾ, ਇਸ ਤੋਂ ਵੱਧ ਕੁਝ ਵੀ ਨਹੀਂ ਹੈ। ਹੁਣ ਹੀਰੇ ਦੀ ਪਰਖ ਜੋਰੀ ਕਰਦਾ ਹੈ, ਤੇ ਮੈਂ ਅਕਸਰ ਬੇਨਤੀ ਕਰਦਾ, ਕਬਾੜੀਆਂ ਨੂੰ ਕੀ ਪਤਾ, ਕਬਾੜ ਦੇ ਭਾਅ ਤੋੜ ਵੇਚਣ ਵਾਲੇ, ਕਿ ਵੀ ਇਹਦਾ ਕੀ ਮੁੱਲ ਹੈ। ਵੇਖੋ ਜਿਹੜੀਆਂ ਕਿਤਾਬਾਂ ਆਪਾਂ ਪੜ੍ਹੀਆਂ, ਕਿਸੇ ਨੇ 10ਵੀਂ ਵਿੱਚ ਪੜ੍ਹੀਆਂ, ਕਿਸੇ ਨੇ 12ਵੀਂ 'ਚ ਪੜ੍ਹੀਆਂ, ਕਿਸੇ ਨੇ BA ਵਿੱਚ ਪੜ੍ਹੀਆਂ, MA ਕੀਤੀ, PhD ਕੀਤੀ, ਉਹਨੇ ਪੜ੍ਹ ਕੇ ਰੱਦੀ ਦੇ ਭਾਅ ਵੇਚ ਦਿੱਤੀਆਂ। ਹੁਣ ਕਬਾੜੀ ਵਿਚਾਰੇ ਨੂੰ ਕੀ ਪਤਾ ਕਿ ਵੀ ਇਹਦੇ ਰਾਹੀਂ ਤਾਂ ਕਿਸੇ ਨੇ PhD ਡਾਕਟਰੀ ਲੈਵਲ ਤੱਕ ਪਹੁੰਚਿਆ। ਇਹਨਾਂ ਨੂੰ ਪੜ੍ਹ ਕੇ ਤਾਂ ਕੋਈ BA ਕਰ ਗਿਆ, MA ਕਰ ਗਿਆ, ਉਹਨੂੰ ਨਹੀਂ ਪਤਾ। ਗੱਲ ਇੰਨੀ ਕਿ ਜਿੰਨੇ ਪੜ੍ਹਿਆ ਉਹਨੂੰ ਪਤਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਆ, ਲੋਕ ਜਾਣੈ ਇਹ ਗੀਤ ਹੈ, ਸਿਰਫ ਲੋਕ ਜਾਣਦੇ ਇਹ ਗੀਤ ਹੈ।
ਸਿੱਖ ਦੇ ਲਈ ਸਿਰਫ ਗੀਤ ਹੀ ਨਹੀਂ ਹੈ, ਫਿਰ ਸਿੱਖ ਦੇ ਲਈ ਕੀ ਹੈ ਇਹ, ਸਾਡੇ ਲਈ ਕੀ ਹੈ ਇਹ? ਲੋਗ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਤਾਂ ਉਸ ਬ੍ਰਹਮ ਨਿਰੰਕਾਰ ਦੀ ਵਿਚਾਰ ਹੈ, ਰੱਬ ਦੀਆਂ ਵਿਚਾਰਾਂ ਗੁਰੂ ਨਾਨਕ ਮਹਾਰਾਜ ਸਾਨੂੰ ਦੇ ਰਿਹਾ। ਤੇ ਉਸ ਰੱਬ ਦੀਆਂ ਵਿਚਾਰਾਂ ਦੇ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਜ ਦੀ ਵਿਚਾਰ ਸਾਨੂੰ ਦਿੱਤੀ, ਅੱਜ ਦਾ ਪਾਵਨ ਬਚਨ ਸਾਨੂੰ ਦਿੱਤਾ। 2 ਸਲੋਕ ਆਪ ਜੀ ਨੇ ਸਰਵਣ ਕੀਤੇ ਆ। ਦੋਵਾਂ ਸਲੋਕਾਂ ਦੇ ਅੰਦਰ ਬਾ ਕਮਾਲ ਦੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਕਰਦੇ ਆ। ਆਓ, ਵੈਸੇ ਵਿਦਵਾਨੀ ਪੱਖੋਂ ਨਹੀਂ, ਨਾ ਮੈਂ ਵਿਦਵਾਨ ਹਾਂ ਤੇ ਨਾ ਹੀ ਮੈਨੂੰ ਵਿਦਵਾਨਾਂ ਵਿੱਚ ਗਿਣਿਓ ਤੇ ਨਾ ਹੀ ਮੈਂ ਗਿਆਨੀਆਂ ਵਿੱਚ ਆਉਣਾ, ਮਾਫ ਕਰਨਾ। ਸਿਰਫ ਜਿੰਨੀ ਕੁ ਸਤਿਗੁਰੂ ਜੀ ਨੇ ਬੁੱਧ ਦਿੱਤੀ ਹੈ, ਮੱਤ ਦਿੱਤੀ ਹੈ ਤੁੱਛ ਕੁ, ਉਸ ਅਨੁਸਾਰ ਕੋਈ ਮੈਂ ਗਿਆਨ ਘੋਟਣ ਲਈ ਤੇ ਤੁਹਾਡੇ ਨਾਲ ਸਾਂਝੀਆਂ ਕਰਦਾ ਨਹੀਂ ਗੱਲਾਂ। ਮੈਂ ਅਕਸਰ ਬੇਨਤੀ ਕਰਦਾ, ਤੁਸੀਂ ਆਪਣਾ ਮਨ ਸਮਝਾਓ, ਮੈਂ ਆਪਣਾ ਮਨ ਸਮਝਾਵਾਂ, ਤੁਹਾਡਾ ਮਨ ਵੀ ਸਮਝ ਜਾਏ, ਮੇਰਾ ਮਨ ਵੀ ਸਮਝ ਜਾਏ। ਕਿਤੇ ਕੁਰਾਹੇ ਪਏ ਆਪਾਂ ਰਾਹੇ ਪੈ ਜਾਈਏ, ਬਸ ਗੱਲ ਇੰਨੀ ਕੁ ਹੈ, ਕੁਰਾਹੇ ਪਏ ਰਾਹੇ ਪੈ ਜਾਈਏ। ਗੁਰੂ ਸਿਰਫ ਤੇ ਸਿਰਫ ਸਤਿਗੁਰੂ ਜੀ ਦੀ ਬਾਣੀ ਸਾਡੇ ਲਈ ਇੱਕ ਦੂਰਦ੍ਰਿਸ਼ੀ ਦਾਰਸ਼ਨਿਕ ਬਣ ਕੇ ਸਾਡੇ ਅੰਦਰ ਨੂੰ ਰਸਤੇ ਹੀ ਤਾਂ ਵਿਖਾ ਰਹੀ ਹੈ। ਤੇ ਰਸਤੇ ਕਿਹਨੂੰ ਵਿਖਾਏ ਜਾਂਦੇ ਆ ਭਲਾ? ਭੁੱਲਿਆ ਹੋਇਆਂ ਨੂੰ, ਭਟਕਿਆ ਹੋਇਆਂ ਨੂੰ, ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਕਿ ਮੈਂ ਜਾਣਾ ਕਿਹੜੇ ਪਾਸੇ ਹੈ। ਜਾਣਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੱਲ ਹੈ, ਪਹੁੰਚਿਆ ਉਹ ਚੇਤੇ ਰੱਖਣਾ ਆਗਰੇ ਵੱਲ ਤੁਰਿਆ ਹੁੰਦਾ। ਫਿਰ ਦੂਜਾ ਬੰਦਾ ਸਿਆਣਾ ਕਹਿੰਦਾ ਉਹ ਮੂਰਖਾ, ਇੱਧਰ ਆਗਰਾ, ਇੱਧਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ, ਇੱਧਰ ਚੱਲ। ਗੁਰੂ ਵੀ ਇਹੀ ਸਾਨੂੰ ਕਹਿ ਰਿਹਾ, ਆ ਭਰਮ ਦਾ ਰਾਹ ਹੀ, ਆ ਧਰਮ ਦਾ ਰਾਹ ਹੀ। ਤੂੰ ਭਰਮ ਦੇ ਰਾਹ ਤੇ ਤੁਰਿਆ, ਧਰਮ ਦਾ ਰਾਹ ਤੇ ਆ ਹੈ, ਸੰਤ ਦਾ ਮਾਰਗ ਤੇ ਇਹ ਹੈ, ਭਗਤਾਂ ਦਾ ਮਾਰਗ ਤੇ ਇਹ ਹੈ। ਬਸ ਆਹੀ ਕਹਾਣੀ ਹੈ, ਕੁਰਾਹੇ ਪਿਆਂ ਨੂੰ ਗੁਰੂ ਰਾਹੇ ਪਿਆ ਪਾ ਰਿਹਾ। ਐਵੇਂ ਥੋੜਾ ਬਚਨ ਸਤਿਗੁਰੂ ਜੀ ਨੇ ਕਿਹਾ ਸੀ, ਹਮ ਅੰਧਲੇ ਅੰਧ ਵਿਖੈ ਵਿਖਰਾਤੇ। ਇਹ ਵਾਹਿਗੁਰੂ ਪਰਮਾਤਮਾ, ਅਸੀਂ ਅੰਨੇ ਹੋ ਚੁੱਕੇ ਹਾਂ। ਤੁਹਾਨੂੰ ਨਹੀਂ ਮੈਂ ਕਹਿ ਰਿਹਾ, ਮਾਫ ਕਰਨਾ, ਮੈਂ ਫਿਰ ਬੇਨਤੀ ਕਰਾਂ ਆਪਣੇ ਮਨ ਨੂੰ, ਇਹ ਮਨਾ ਤੂੰ ਅੰਨਾ ਹੋ ਚੁੱਕਾ ਹੈ। ਹਮ ਦਾ ਭਾਵ ਅਰਥ ਸਮੁੱਚੇ ਸੰਸਾਰ ਲਈ ਵਰਤਿਆ ਸਤਿਗੁਰੂ ਜੀ ਨੇ। ਹਮ ਅੰਧਲੇ ਗਿਆਨਹੀਨ ਅਗਿਆਨੀ, ਅਗਿਆਨੀ ਭਾਵ ਅਗਿਆਨਤਾ, ਸਮਝ ਹੀ ਕੋਈ ਨਾ ਜਿੱਥੇ ਹੋਵੇ। ਕਿਉਂ ਚਾਲੈ ਗੁਰ ਚਾਲੀ, ਕਿਵੇਂ ਚੱਲੀਏ ਗੁਰੂ ਦੀ ਚਾਲ ਦੇ ਨਾਲ ਚਾਲ, ਕਿਉਂਕਿ ਕੁਰਾਹੇ ਪਿਆਂ ਨੂੰ ਰਾਹ ਹੀ ਕੋਈ ਨਹੀਂ ਲੱਭਦਾ। ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ। ਇਹ ਤਾਂ ਸੁੱਖਾਂ ਦਾ ਦਾਤਾ ਸਤਿਗੁਰ ਦਇਆ ਕਰੇ, ਕੁਰਾਹੇ ਪਿਆਂ ਨੂੰ ਰਾਹੇ ਪਾ ਦੇ। ਇਹਦੇ ਤੋਂ ਬਿਨਾਂ ਕੋਈ ਨਹੀਂ ਜੇ ਪਾ ਸਕਦਾ। ਸੋ ਮੈਂ ਬੇਨਤੀ ਕਰਾਂ, ਇਸ ਬਚਨਾਂ ਦੇ ਅੰਦਰ ਚਲੋ ਪੜ੍ਹਿਆ, ਵਿਚਾਰਿਆ, ਸਮਝਿਆ। ਕਵੀ ਸੰਤੋਖ ਸਿੰਘ ਜੀ ਵਰਗਿਆਂ ਦੇ ਗ੍ਰੰਥਾਂ ਦੇ ਅੰਦਰ ਵਿਦਵਾਨ ਨੇ, ਆਜਲ ਫਾਜ਼ਲ ਨੇ, ਜਾਂ ਮਕਾਲਫ ਵਰਗਿਆਂ ਨੇ ਜਦੋਂ ਇਤਿਹਾਸ ਲਿਖਿਆ ਸਤਿਗੁਰਾਂ ਦਾ, ਤੁਸੀਂ ਪੜ੍ਹਿਆ ਹੋਵੇਗਾ, ਜਾਂ ਤਵਾਰਿਕ ਗੁਰੂ ਖਾਲਸਾ ਦੇ ਅੰਦਰ ਆ ਕੁਝ ਕੁ ਨਾਮ ਤੁਹਾਡੇ ਨਾਲ ਮੈਂ ਸਾਂਝੇ ਕੀਤੇ। ਇਹਨਾਂ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਨਾ, ਇਹਨਾਂ ਅਨੁਸਾਰ ਇਹ ਦੋ ਜਿਹੜੇ ਆਪਾਂ ਅਖੀਰ ਦੇ 5 ਸਲੋਕ ਦੋਹਰੇ ਦੇ ਅੰਦਰ ਜਿਹੜੇ ਹੁੰਦੇ ਆ, ਇਹਨਾਂ ਦੇ ਬਾਰੇ ਵੱਖ-ਵੱਖ ਵਿਦਵਾਨਾਂ ਦੀ ਆਪੋ ਆਪਣੀ ਰਾਏ ਹੈ। ਜਿਵੇਂ ਕਈ ਵਿਦਵਾਨ ਇਸ ਦੀ ਰਾਏ ਇਸ ਤਰ੍ਹਾਂ ਦਿੰਦੇ ਆ ਕਿ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਆ ਤੇ ਕਿਰਪਾਲ ਚੰਦ ਵਰਗੇ ਜਾਂ ਹੋਰ ਵੀ ਪੰਡਤ ਕਸ਼ਮੀਰ ਦੀ ਧਰਤੀ ਤੋਂ ਆਏ, ਉਹਨਾਂ ਦੀ ਬੇਨਤੀ, ਉਹਨਾਂ ਦੀ ਪੁਕਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਜਦੋਂ ਉਹਨਾਂ ਨੇ ਕੀਤੀ, ਉਹ ਬੇਨਤੀ ਰੂਪ ਸ਼ਬਦ ਜਿਹੜੇ ਉਸ ਵੇਲੇ ਹੋਏ, ਉਹ ਸਤਿਗੁਰੂ ਜੀ ਨੇ ਇਹ ਉਚਾਰਨ ਕੀਤੇ ਆ। ਦੂਜੀ ਬੇਨਤੀ, ਕਈ ਇਤਿਹਾਸਕਾਰ ਇਹ ਮੰਨਦੇ ਆ, ਕਈ ਵਿਦਵਾਨ ਇਹ ਗੱਲ ਮੰਨਦੇ ਆ
ਕਿ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਵਿਖੇ ਸ਼ਹਾਦਤ ਦਾ ਜਾਮ ਪੀ ਜਾਂਦੇ ਆ, ਸ਼ਹੀਦੀ ਹੋ ਜਾਂਦੀ ਹੈ, ਉਸ ਵੇਲੇ ਜਿਹੜੇ ਸਤਿਗੁਰੂ ਜੀ ਨੇ ਚਿੱਠੀਆਂ ਲਿਖੀਆਂ, ਜਦੋਂ ਉਹ ਚਿੱਠੀਆਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗਈਆਂ ਤੇ ਉਹ ਚਿੱਠੀਆਂ ਦੇ ਵਿੱਚ ਲਿਖਿਆ ਸੀ ਕਿ ਵੀ ਅਸਲ ਦੇ ਵਿੱਚ ਸ਼ਹਾਦਤ ਹੋ ਗਈ ਹੈ, ਜਾਂ ਕਈ ਵਿਦਵਾਨ ਇਸ ਤੋਂ ਪਹਿਲਾਂ ਦੇ ਜਿਹੜੇ ਆਪਾਂ ਬਚਨ ਉਚਾਰਨ ਵਿਚਾਰੇ ਆ ਨਾ, ਜਿਹੜੇ ਚਿੰਤਾ ਤਾਕੀ ਕੀਜੀਏ ਜੋ ਅਨਹੋਨੀ ਹੋਏ, ਜਾਂ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਉਹ ਵੀ ਬਚਨ ਵਿੱਚ ਮਿਲਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਿੱਠੀਆਂ ਲਿਖੀਆਂ ਕਿ ਵੀ ਫਿਕਰ ਨਹੀਂ ਕਰਨਾ, ਚਿੰਤਾ ਕੋਈ ਨਹੀਂ ਕਰਨੀ, ਜੋ ਉਪਜਦਾ ਉਹ ਖਤਮ ਹੁੰਦਾ ਹੀ ਹੁੰਦਾ। ਸੋ ਵਿਚਾਰ ਆਪੋ ਆਪਣੀ ਵੱਖ-ਵੱਖ ਵਿਦਵਾਨਾਂ ਦੀ ਰਾਏ ਹੈ। ਆਪਾਂ ਇਹਨਾਂ ਬਚਨਾਂ ਨੂੰ ਵਿਚਾਰੀਏ, ਇਹਨਾਂ ਵਿੱਚੋਂ ਸਮਝੀਏ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ। ਵੈਸੇ ਸਮੁੱਚੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ, ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਤੁਸੀਂ ਕੀਤਾ ਹੋਵੇਗਾ, ਮੈਂ ਤੁਹਾਡੇ ਤੋਂ ਆਸ ਰੱਖਦਾ। ਤੁਸੀਂ ਸਹਿਜ ਪਾਠ ਕਰਦੇ ਹੋਵੋਗੇ, ਤੇ ਜਿਹੜੇ ਸਹਿਜ ਪਾਠ ਕਰਦੇ ਆ, ਬਾਣੀ ਪੜ੍ਹਦੇ ਆ, ਉਹਨਾਂ ਨੂੰ ਇਸ ਗੱਲ ਦੇ ਬਾਰੇ ਪਤਾ ਹੋਵੇਗਾ, ਨੌਲੇਜ ਹੋਏਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ, ਕਿ ਵੀ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੱਕੋ ਵਾਰੀ ਸਿਰਫ ਦੋਹਰਾ ਸ਼ਬਦ ਆਉਂਦਾ, ਕਿਤੇ ਨਹੀਂ ਆਉਂਦਾ। ਸ਼ਲੋਕ ਆਉਣਗੇ, ਛੰਤ ਆਉਣਗੇ, ਅਸ਼ਟਪਦੀਆਂ ਆਉਣਗੀਆਂ, ਕਾਫੀ ਸ਼ਬਦ ਆਏਗਾ, ਜਾਂ ਆਦਿ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਆ ਵਰਤੋਂ ਵਿੱਚ ਲਿਆਏ ਗਏ ਆ, ਪਰ ਦੋਹਰਾ ਸ਼ਬਦ ਸਿਰਫ ਤੇ ਸਿਰਫ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਰਤਿਆ। ਜਾਂ ਜਦੋਂ ਤੁਸੀਂ ਰਚਨਾਵਾਂ ਪੜ੍ਹਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਆਪਣੀ ਰਚਨਾ, ਆਪਣੀ ਬਾਣੀ ਉਚਾਰਨ ਕੀਤੀ, ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਅੰਦਰ ਦੋਹਰੇ ਸ਼ਬਦ ਦੀ ਵਰਤੋਂ ਕੀਤੀ ਹੈ। ਜਿਵੇਂ ਆਪਾਂ ਦੋਹਰੇ ਵਜੋਂ ਪੜ੍ਹਦੇ ਹਾਂ ਰੋਜ਼, ਦੋਹਰਾ ਸਗਲ ਦੁਆਰ ਕੋ ਛੱਡ ਕੇ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਹੈ। ਉਹ ਉਦਾਹਰਨ ਪੱਖੋਂ ਚਲੋ ਸ਼ਬਦ ਦੇ ਅੰਦਰ ਸਤਿਗੁਰੂ ਜੀ ਕੀ ਕਹਿੰਦੇ ਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਬਲ ਛੁਟਕਿਓ ਬੰਧਨ ਭਰੇ, ਕਛੂ ਨਾ ਹੋ ਤੇ ਉਪਾਏ। ਇਹਦੇ ਭਾਵ ਅਰਥ, ਬਲ ਦਾ ਅਰਥ ਹੁੰਦਾ ਤਾਕਤ। ਇੱਕ ਤਾਕਤ ਸਾਡੇ ਬਾਹਰ ਦੀ ਹੁੰਦੀ ਹੈ, ਇੱਕ ਤਾਕਤ ਸਾਡੇ ਅੰਦਰ ਦੀ ਹੁੰਦੀ ਹੈ। ਬਾਹਰ ਦੀ ਤਾਕਤ ਜਿਹੜੀ ਹੈ, ਉਹ ਕਹਿ ਲਓ ਕਿ ਵੀ ਤਨ ਕਰਕੇ, ਧਨ ਕਰਕੇ, ਆ ਦੁਨੀਆ ਦੇ ਉੱਤੇ ਜੋ ਕੁਝ ਆਪਾਂ ਵੇਖਦੇ ਹਾਂ ਇਹਦੇ ਕਰਕੇ, ਇਹ ਸਾਰੀ ਕੀ ਹੈ, ਬਾਹਰ ਦੀ ਤਾਕਤ ਹੈ। ਜੋ ਕੁਝ ਵੀ ਬੰਦਾ ਕਮਾ ਰਿਹਾ, ਜੋ ਕੁਝ ਵੀ ਕਰ ਰਿਹਾ, ਜਿੰਨੀ ਵੀ ਮਿਹਨਤ ਕਰ ਰਿਹਾ, ਬਾਹਰ ਦੀ ਤਾਕਤ ਹੈ। ਹਾਲਾਂਕਿ ਉਹ ਸਰੀਰ ਕਰਕੇ, ਤਨ ਕਰਕੇ ਰਹੀ ਹੈ, ਪਰ ਅੰਦਰ ਦੀ ਤਾਕਤ ਕੁਝ ਹੋਰ ਹੈ। ਅੰਦਰ ਦੀ ਤਾਕਤ ਹੈ ਅਧਿਆਤਮਕ ਪੱਖ, ਅੰਦਰ ਦੀ ਤਾਕਤ ਹੈ ਸਿਮਰਨ, ਭਜਨ, ਬੰਦਗੀ। ਜਿਹਦੇ ਕੋਲ ਇਹ ਤਾਕਤ ਹੈ, ਉਹਦੀ ਗੱਲ ਵੀ ਸਤਿਗੁਰੂ ਜੀ ਦੀ ਬਾਣੀ ਕਰਦੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਬਲ ਛੁੱਟ ਗਿਓ, ਬਲ ਛੁੱਟ ਗਿਆ, ਬੰਧਨ ਭਰੇ, ਬੰਧਨ ਪੈ ਗਏ, ਕਛੂ ਨਾ ਹੋ ਤੇ ਉਪਾਏ। ਹੁਣ ਕੁਝ ਵੀ ਉਪਾਅ ਨਹੀਂ ਹੋ ਰਿਹਾ, ਕੁਝ ਵੀ ਕਹਿ ਲਓ ਕਿ ਵੀ ਸਮਾਧਾਨ ਨਹੀਂ ਹੋ ਰਿਹਾ, ਕੋਈ ਵੀ ਚੀਜ਼ ਦਾ ਹੱਲ ਨਹੀਂ ਹੋ ਰਿਹਾ। ਭਾਵ ਹਰੇਕ ਪੱਖ ਤੋਂ ਜਿੰਨੀਆਂ ਵੀ ਤਾਕਤਾਂ ਕੰਮ ਕਰਦੀਆਂ ਸਨ, ਉਹ ਸਾਰੀਆਂ ਨਿਢਾਲ ਹੋ ਗਈਆਂ, ਸਭ ਨਿਢਾਲ ਹੋ ਗਈਆਂ। ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋ ਸਹਾਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਹੁਣ ਤਾਂ ਹੇ ਰੱਬਾ ਸਿਰਫ ਤੇਰਾ ਹੀ ਸਹਾਰਾ ਹੈ, ਕਿਉਂਕਿ ਬਾਹਰ ਦੀਆਂ ਤਾਕਤਾਂ ਵੀ ਨਹੀਂ ਰਹੀਆਂ, ਅੰਦਰ ਹੁਣ ਸਰੀਰ ਵੀ ਬਲਹੀਣ ਹੋ ਗਿਆ। ਇਹਨਾਂ ਅੱਖਾਂ ਦੇ ਰਾਹੀਂ ਜਿਹੜੀ ਤਾਕਤ ਸੀ, ਉਹ ਜੋਤ ਚਲੀ ਗਈ ਹੈ। ਕੰਨਾਂ ਦੇ ਵਿੱਚ ਸੁਣਨ ਦੀ ਜਿਹੜੀ ਸਰੋਤ ਸ਼ਕਤੀ ਸੀ, ਉਹ ਵੀ ਚਲੀ ਗਈ ਹੈ। ਕਰਨ ਦੀ ਹੱਥ ਦੇ ਨਾਲ ਜਿਹੜੇ ਕੰਮ ਸਨ, ਚੱਲਣ ਦੀ ਪਾਵਰ ਹੈ, ਉਹ ਸਾਰੀਆਂ ਤਾਕਤਾਂ ਖਤਮ ਹੋ ਗਈਆਂ। ਹੇ ਰੱਬਾ ਸਿਰਫ ਹੁਣ ਤੇਰਾ ਹੀ ਆਸਰਾ ਰਹਿ ਗਿਆ, ਗੱਜ ਜਿਉ ਹੋ ਸਹਾਏ। ਸ਼ਬਦ ਵਰਤਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਗੱਜ।
ਤੇ ਗੱਜ ਦਾ ਸ਼ਬਦ ਅਰਥ ਜਿਹੜਾ ਹੈ ਉਹ ਹੁੰਦਾ ਹੈ ਹਾਥੀ। ਵੈਸੇ ਮੈਂ ਆਪਣੇ ਕੋਲੋਂ ਨਹੀਂ ਕੁਝ ਵੀ ਕਵਾਂਗਾ, ਜੋ ਇਤਿਹਾਸ ਦੇ ਅੰਦਰ ਗੁਰਬਾਣੀ ਦੇ ਤੱਤਵੇਤਾ ਗਿਆਨ ਤਤਪੁਰਖ ਜਿਹੜੇ ਨੇ, ਜਦੋਂ ਵੀ ਉਹਨਾਂ ਨੇ ਜਾਂ ਲਿਖਤ ਰੂਪ ਦੇ ਵਿੱਚ ਜਾਂ ਵਿਚਾਰ ਅਧੀਨ ਜਦੋਂ ਇਹਨਾਂ ਸ਼ਲੋਕਾਂ ਦੀ ਗੱਲ ਕੀਤੀ ਹੈ ਨਾ, ਤੇ ਬਹੁਤੇ ਵਿਦਵਾਨਾਂ ਨੇ ਇਸ ਗੱਜ ਨੂੰ ਇੱਕ ਪੁਰਾਣਕ ਗਾਥਾ ਦੇ ਨਾਲ ਜੋੜਿਆ, ਤੇ ਜੁੜਦੀ ਵੀ ਉਸ ਗਾਥਾ ਦੇ ਨਾਲ ਹੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ, ਜੇਕਰ ਸ਼ਾਇਦ ਚਲੋ ਮੈਂ ਭੁੱਲਦਾ ਨਾ ਹੋਵਾਂ, ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਪੜ੍ਹੀ? ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਸਮੁੱਚੀ ਬਾਣੀ ਵਿੱਚ ਸ਼ਲੋਕ 57 ਤੇ ਵਿੱਚ ਹੀ ਜਿਹੜੇ ਉਹਨਾਂ ਦੇ ਸ਼ਬਦ ਨੇ, ਉਹਨਾਂ ਸ਼ਬਦਾਂ ਦੇ ਅੰਦਰ ਤੇ ਸ਼ਲੋਕਾਂ ਦੇ ਅੰਦਰ, ਸਮੁੱਚੀ ਬਾਣੀ ਦੇ ਅੰਦਰ ਕੁੱਲ 5 ਵਾਰ ਗੱਜ ਸ਼ਬਦ ਦਾ ਜਿਹੜਾ ਹੈ ਉਹ ਉਦਾਹਰਣ ਲਈ। ਵੈਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਗੱਜ ਦਾ ਜ਼ਿਕਰ ਕਰਦੇ ਆ। ਚਲੋ ਉਹ ਪੁਰਾਣਕ ਗਾਥਾ ਦੇ ਨਾਲ ਜੁੜਦਾ, ਉਹ ਕਿਵੇਂ, ਉਹ ਵੀ ਆਪਾਂ ਛੋਟੀ ਜਿਹੀ ਇੱਕ ਉਦਾਹਰਣ ਲੈ ਲੈਂਦੇ ਹਾਂ ਕਿਵੇਂ ਜੁੜਦਾ। ਸਿਰਫ ਉਦਾਹਰਣ ਪੱਖੋਂ ਗੱਜ ਪੁਰਾਣਕ ਕਥਾਵਾਂ ਦੇ ਵਿੱਚ ਇੱਕ ਜ਼ਿਕਰ ਆਉਂਦਾ ਗੰਧਰਵ ਦਾ। ਉਹ ਗੰਧਰਵ ਭਾਵ ਹਾਥੀ। ਚਲੋ ਉਹ ਕਹਿੰਦੇ ਕਿ ਵੀ ਇਸ਼ਨਾਨ ਕਰ ਰਿਹਾ, ਤੇ ਇਸ਼ਨਾਨ ਕਰਦੇ ਦੇ ਪੈਰ ਨੂੰ ਤਿੰਦਵੇ ਨੇ ਫੜ ਲਿਆ। ਤਿੰਦਵੇ ਇਹ ਇਸੇ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਦੀਆਂ ਗਾਥਾਵਾਂ ਵਿੱਚ ਤੁਸੀਂ ਪੜ੍ਹਿਆ, ਉਹਨਾਂ ਦਾ ਇਤਿਹਾਸ ਚਲੋ ਮੈਂ ਵੀ ਪੜ੍ਹਿਆ, ਇਸ ਤਰ੍ਹਾਂ ਹੀ ਹੁੰਦਾ। ਚਲੋ ਬਹੁਤਾ ਨਹੀਂ, ਛੋਟਾ ਜਿਹਾ ਮੈਂ ਸੰਖੇਪ ਵਿੱਚ ਸਾਂਝ ਕਰ ਰਿਹਾ। ਕਹਿੰਦੇ ਉਹ ਜਿਵੇਂ ਨਹਾਉਣ ਗਿਆ ਨਾ ਕਿਸੇ ਵੀ ਤਲਾਬ ਦੇ ਅੰਦਰ, ਤੇ ਉਹਦੇ ਪੈਰ ਨੂੰ ਤੇਂਦਵੇ ਨੇ ਪਕੜ ਲਿਆ। ਹੁਣ ਜਦੋਂ ਤੇਂਦਵੇ ਨੇ ਪਕੜਿਆ ਤੇ ਹੁਣ ਉਹ ਪੁਕਾਰਾਂ ਕਰਦਾ, ਉਹਦੇ ਕੋਲ ਹੁਣ ਕੋਈ ਸਹਾਰਾ ਨਹੀਂ, ਕੋਈ ਓਟ ਨਹੀਂ ਕਿ ਕਿਹਦੇ ਅੱਗੇ ਪੁਕਾਰ ਕਰੇ। ਕਹਿਣ ਲੱਗੇ ਕੋਲ ਹੀ ਇੱਕ ਕਮਲ ਦਾ ਫੁੱਲ ਖਿੜਿਆ ਹੋਇਆ ਸੀ, ਉਹਨੇ ਕਮਲ ਦਾ ਫੁੱਲ ਤੋੜਿਆ ਤੇ ਉਹਨੇ ਰੱਬ ਅੱਗੇ ਬੇਨਤੀ ਕੀਤੀ ਕਿ ਰੱਬਾ, ਇਸ ਮੁਸੀਬਤ ਦੇ ਵਿੱਚੋਂ ਸਿਰਫ ਤੇ ਸਿਰਫ ਤੂੰ ਮੈਨੂੰ ਕੱਢ ਸਕਦਾ ਹੈ, ਦੂਜਾ ਕੋਈ ਨਹੀਂ ਕੱਢ ਸਕਦਾ। ਮੇਰੇ ਤੇ ਕਿਰਪਾ ਕਰ, ਮੈਨੂੰ ਇਸ ਤੇਂਦਵੇ ਤੋਂ ਬਚਾ, ਮੈਨੂੰ ਇਸ ਮੁਸੀਬਤ ਤੋਂ ਬਚਾ, ਤੇਰੇ ਤੋਂ ਬਿਨਾਂ ਕੋਈ ਨਹੀਂ। ਤੇ ਉਹ ਪੁਰਾਣ ਕਥਾਵਾਂ ਦੇ ਵਿੱਚ ਆਉਂਦਾ ਕਿ ਵੀ ਰੱਬ ਜਿਹੜਾ ਹੈ ਉਹਨੂੰ ਬਚਾਉਂਦਾ। ਸਰੋ ਵਿਚਾਰ, ਚਲੋ ਇਹ ਉਹਨਾਂ ਦੀ ਵਿਚਾਰ ਦੇ ਨਾਲ ਇਹਨੂੰ ਜੁੜਿਆ। ਦੂਜੀ ਬੇਨਤੀ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਹੋ ਨਾਨਕ ਅਬ ਓਟ ਹਰ। ਜਿਵੇਂ ਸਤਿਗੁਰੂ ਤੋਂ ਤੇਂਦੂਏ ਨੂੰ ਪਰਮਾਤਮਾ ਹਾਥੀ ਤੋਂ ਬਚਾ ਲਿਆ, ਮੈਂ ਨਿਢਾਲ ਹੋ ਗਿਆ। ਜਿਵੇਂ ਹਾਥੀ ਦੇ ਅੰਦਰ ਇੰਨੀ ਤਾਕਤ ਹੁੰਦਿਆਂ, ਇੰਨਾ ਬਲ ਹੁੰਦਿਆਂ, ਇੱਕ ਤੇਂਦਵੇ ਅੱਗੇ ਉਹ ਹਾਰਦਾ ਨਜ਼ਰ ਆਇਆ, ਉਹਨੇ ਤੇਰੇ ਅੱਗੇ ਬੇਨਤੀ ਕੀਤੀ, ਦਾਤਿਆ ਅੱਜ ਮੇਰਾ ਬਾਹਰੋਂ ਵੀ ਬਲ ਖਤਮ ਹੋ ਗਿਆ, ਮੇਰਾ ਅੰਦਰੋਂ ਵੀ ਬਲ ਖਤਮ ਹੋ ਗਿਆ, ਮੈਨੂੰ ਕੋਈ ਸਹਾਰਾ ਨਹੀਂ ਸਿਰਫ ਤੈਨੂੰ ਛੱਡ ਕੇ। ਓਟ ਲੈਣੀ ਪਰਮਾਤਮਾ ਦੀ। ਚਲੋ ਆਪਾਂ ਇੱਕ ਬਚਨ ਪੜ੍ਹਦੇ ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਬੰਦਿਆ ਜੇ ਤੈਨੂੰ ਇਹ ਪਤਾ ਲੱਗ ਜੇ ਨਾ ਕਿ ਵੀ ਮੈਂ ਹਾਰ ਗਿਆ, ਤੇ ਅਕਸਰ ਆਪਾਂ ਇੱਕ ਬਚਨ ਸਾਂਝਾ ਕਰਦੇ ਹਾਂ, ਹਾਰਿਆ ਹੋਇਆ ਬੰਦਾ, ਟੁੱਟਿਆ ਹੋਇਆ ਬੰਦਾ, ਮੁਸੀਬਤਾਂ ਵਿੱਚ ਘਿਰਿਆ ਹੋਇਆ ਬੰਦਾ, ਦੁੱਖਾਂ ਤਕਲੀਫਾਂ ਚਿੰਤਾਵਾਂ ਵਿੱਚ ਫਸਿਆ ਹੋਇਆ ਬੰਦਾ ਹਮੇਸ਼ਾ ਰੱਬ ਨੂੰ ਯਾਦ ਕਰਦਾ। ਹਾਲਾਂਕਿ ਜਦੋਂ ਮੁਸੀਬਤ ਨਹੀਂ ਹੁੰਦੀ ਜਾਂ ਇਹੋ ਜਿਹੀ ਕਹਾਣੀ, ਇਹੋ ਜਿਹੀ ਵਾਰਤਾ ਨਹੀਂ ਬੰਦੇ ਦੇ ਨਾਲ ਵਾਪਰਦੀ, ਤੇ ਬੰਦਾ ਕਦੀ ਰੱਬ ਨੂੰ ਯਾਦ ਨਹੀਂ ਕਰਦਾ। ਮੁਸੀਬਤ ਪੈਣ 'ਤੇ ਬੰਦਾ ਰੱਬ ਨੂੰ ਯਾਦ ਕਰਦਾ। ਚਲੋ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਪਿਆਰੀ ਇੱਕ ਉਦਾਹਰਣ ਲਈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਰੱਬਾ, ਜੇ ਪਤਾ ਲੱਗ ਜੇ ਕਿ ਬੰਦੇ ਤੇ ਮੁਸ਼ਕਲ ਆ ਗਈ, ਮੁਸੀਬਤ ਆ ਗਈ, ਇਹਦਾ ਮਨ ਕਹਿ ਰਿਹਾ ਕਿ ਵੀ ਤੂੰ ਬਚਾ ਸਕਦਾ ਹੈ, ਫਿਰ ਸਤਿਗੁਰ ਕਿਰਪਾ ਕਰੀ, ਤੂੰ ਹੀ ਬਚਾਉਣ ਵਾਲਾ ਹੈ, ਹਰੇਕ ਕਾਲ ਕੰਟਕ ਤੋਂ ਇਹਨੂੰ ਦੂਰ ਕਰਨ ਵਾਲਾ ਹੈ। ਬਚਨ ਆਪਾਂ ਪੜ੍ਹਦੇ ਹਾਂ, ਜਾਕੋ ਮੁਸ਼ਕਲ ਅਤ ਬਣਾ। ਭਾਵ ਜਿਹੜੇ ਨਿਢਾਲ ਹੋ ਗਏ, ਜਿਨ੍ਹਾਂ ਨੇ ਸਿਰਫ ਰੱਬ ਦਾ ਓਟ ਲਿਆ, ਜਿਨ੍ਹਾਂ ਨੇ ਸਿਰਫ ਰੱਬ ਦਾ ਸਹਾਰਾ ਲਿਆ, ਉਹਨਾਂ ਦੇ ਬਾਰੇ ਸਤਿਗੁਰੂ ਕਹਿੰਦੇ ਜਾਕੋ ਮੁਸ਼ਕਲ ਅਤ ਬਣਾ। ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਕ ਪੇ ਭਜ ਖਲੇ, ਸਭੋ ਭਜੈ ਆਸਰਾ, ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ, ਬ੍ਰਹਮ ਲੱਗੈ ਨਾ ਤਤੀ ਵਾਓ। ਕਹੋ ਨਾਨਕ ਅਬ ਓਟ ਹਰ। ਸਹਾਰਾ ਜਿਨ੍ਹਾਂ ਨੇ ਰੱਬ ਦਾ ਲਿਆ,
ਸਤਿਗੁਰੂ ਜੀ ਜਦੋਂ ਬਾਣੀ ਦੇ ਅੰਦਰ ਓਟ ਸਹਾਰੇ ਦੀ ਗੱਲ ਕਰਦੇ ਆ ਤੇ ਬੜੀਆਂ ਉਦਾਹਰਨਾਂ ਨੇ ਬਾਣੀ ਦੇ ਅੰਦਰ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਧਰ ਜੀਅਰੇ ਇੱਕ ਟੇਕ ਤੂੰ ਲਾਹੇ ਵਿਡਾਨੀ ਆਸ। ਜੇ ਤੈਨੂੰ ਪਤਾ ਲੱਗੇ ਕਿ ਮੈਂ ਚਾਰੇ ਪਾਸਿਆਂ ਤੋਂ ਹਾਰ ਗਿਆ ਤੇ ਇੱਕ ਅਰਦਾਸ ਕਰੀ ਸੱਚੇ ਪਰਮਾਤਮਾ ਦੇ ਚਰਨਾਂ 'ਚ, ਅਰਦਾਸ ਕਰੀ ਗੁਰੂ ਦੇ ਚਰਨਾਂ ਵਿੱਚ। ਧਰ ਜੀਅਰੇ ਇੱਕ ਟੇਕ ਤੂੰ ਲਾਹੇ ਵਿਡਾਨੀ ਆਸ, ਨਾਨਕ ਨਾਮ ਧਿਆਈਏ ਕਾਰਜ ਆਵੈ ਰਾਸ। ਕਹਿ ਦੀ ਫਿਰ ਉੱਥੇ ਗੁਰੂ ਨੂੰ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣਹਾਰ ਦਿਆਲਾ ਨਾਨਕ, ਘਰ ਕੇ ਗੋਲੇ ਗੱਜ ਜਿਉ ਹੋ ਸਹਾਏ। ਸਭ ਦੀ ਸਹਾਇਤਾ ਕਰਨ ਵਾਲਿਆ, ਸਭ ਦੀ ਮਦਦ ਕਰਨ ਵਾਲਿਆ, ਅੱਜ ਮੇਰੇ ਤੇ ਬਿਪਤਾ ਆ ਗਈ, ਕਿਰਪਾ ਕਰ ਮੈਨੂੰ ਇਸ ਬਿਪਤਾ ਤੋਂ ਕੱਢ। ਗੁਰੂ ਰਹਿਮਤ ਕਰਦਾ। ਫਿਰ ਮੈਂ ਬੇਨਤੀ ਤੇ ਛੋਟੀ ਜੀ ਕਰਾਂ, ਅਰਦਾਸ ਕਹਿਣ ਦੇ ਵਿੱਚ ਸਿਰਫ 4 ਲਫ਼ਜ਼ ਨੇ, ਐੜਾ ਰਾਰਾ ਦੱਦਾ ਤੇ ਸੱਸਾ, ਸਿਰਫ ਆਹੀ ਲਫ਼ਜ਼ ਨੇ ਜੀ ਅਰਦਾਸ। ਪਰ ਚੇਤੇ ਰੱਖਣਾ ਤਾਕਤ ਇਹਦੇ ਪਿੱਛੇ ਕਿੰਨੀ ਵੱਡੀ ਛਿਪੀ ਪਈ ਹੈ। ਇਸ ਤੋਂ ਅਸੀਂ ਅਣਜਾਣ ਆ, ਅਸੀਂ ਨਹੀਂ ਜਾਣਦੇ ਕਿਉਂਕਿ ਅਸੀਂ ਅਣਜਾਣ ਆ। ਪਰ ਜਦੋਂ ਅਰਦਾਸ ਕੋਈ ਕਰਦਾ ਹੈ ਨਾ, ਭਾਵੇਂ ਕੋਈ ਗਰੀਬ ਕਰ ਲੈ, ਭਾਵੇਂ ਕੋਈ ਅਮੀਰ ਕਰ ਲੈ, ਭਾਵੇਂ ਕਿਸੇ ਮਜ਼ਹਬ ਫਿਰਕੇ ਦਾ ਕਰ ਲੈ, ਚੇਤੇ ਰੱਖਣਾ ਅਰਦਾਸ ਵਿੱਚ ਇੰਨੀ ਤਾਕਤ ਹੈ, ਰੱਬ ਬੜੀ ਨੇੜਿਓਂ ਹੋ ਕੇ ਉਹਦੀ ਅਰਦਾਸ ਸੁਣਦਾ। ਬਸ ਇਹ ਆ ਕਿ ਵੀ ਅਰਦਾਸ ਦਿਲੋਂ ਕੀਤੀ ਹੋਵੇ ਤੇ ਦਿਲੋਂ ਕਰਦਿਆਂ ਭਾਵਨਾ, ਪ੍ਰੇਮ, ਸ਼ਰਧਾ ਵਿੱਚ ਆ ਕੇ ਕੀਤੀ ਹੋਵੇ, ਚੇਤੇ ਰੱਖਣਾ ਰੱਬ ਬਿਲਕੁਲ ਨੇੜੇ ਆ ਜਾਂਦਾ ਹੈ। ਇਸ ਤਰ੍ਹਾਂ ਦਾ ਸੋ ਸਤਿਗੁਰੂ ਜੀ ਕਹਿਣ ਤੋਂ ਭਾਵ ਇਹ ਬਚਨ ਜਿਹੜੇ ਨੇ ਨਾ, ਜਿਹੜੇ ਅੱਜ ਮੈਂ ਸਾਂਝੇ ਕਰ ਰਿਹਾ, ਇੱਕ ਅਰਦਾਸ ਵਜੋਂ ਵੀ, ਜਿੱਥੇ ਚਲੋ ਮੈਂ ਕੱਲ ਬੇਨਤੀ ਕੀਤੀ ਸੀ ਸਾਡੇ ਅੰਦਰ ਨਿਡਰਤਾ, ਸਾਡੇ ਅੰਦਰ ਦੀ ਸਵੈ ਅਭਿਮਾਨਤਾ, ਤੇ ਉੱਥੇ ਨਾਲ ਇਹ ਵੀ ਬੇਨਤੀ ਕਰਦਾ ਸਾਡੇ ਅੰਦਰ ਦੀ ਅਡੋਲਤਾ ਬਣਾ ਕੇ ਰੱਖਦੇ ਨੇ, ਕਿਤੇ ਤੂੰ ਡੋਲ ਨਾ ਜਾਈ। ਕੋਈ ਗੱਲ ਨਹੀਂ। ਵੈਸੇ ਜਦੋਂ ਤੁਸੀਂ ਜਪਜੀ ਸਾਹਿਬ ਬਾਣੀ ਪੜ੍ਹਦੇ ਹੋ ਨਾ, ਗੁਰੂ ਨਾਨਕ ਮਹਾਰਾਜ ਉਹ ਵੀ ਸਤਿਗੁਰੂ ਜੀ ਉੱਥੇ ਵੀ ਜ਼ੋਰ ਦੀ ਗੱਲ ਕਰਦੇ ਆ, ਤਾਕਤ ਦੀ ਗੱਲ ਕਰਦੇ ਆ। ਉੱਥੇ ਚਲੋ ਗੁਰੂ ਨਾਨਕ ਮਹਾਰਾਜ ਕਹਿੰਦੇ ਆ, ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸ਼ੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਚਲੋ ਇਹ ਆਪਾਂ ਪੌੜੀ ਪੜ੍ਹਦੇ ਹਾਂ ਉੱਥੇ ਜਪਜੀ ਸਾਹਿਬ ਦੀ, ਉੱਥੇ ਵੀ ਇਹੀ ਕਹਿ ਰਿਹਾ ਸਤਿਗੁਰੂ ਜੀ ਕਿ ਵੀ ਮੇਰੇ ਸੰਸਾਰ ਦੇ ਅੰਦਰ ਕੋਈ ਜ਼ੋਰ ਨਹੀਂ, ਕੋਈ ਤਾਕਤ ਨਹੀਂ, ਆਖਣ ਵਿੱਚ ਤਾਕਤ ਨਹੀਂ, ਸੁਰਤ ਵਿੱਚ ਤਾਕਤ ਨਹੀਂ, ਕਿਸੇ ਵੀ ਪ੍ਰਕਾਰ ਤੋਂ ਕਿਸੇ ਢੰਗ ਤੇ ਪਾਸਿਓਂ ਹਮ ਜ਼ੋਰ ਨਾਹੀਂ ਕਿਛ ਕਰ ਹਮ ਸਾਕੈ। ਕੀ ਜ਼ੋਰ ਹੈ ਕਿ ਵੀ ਆਪਾਂ ਕੁਝ ਕਰ ਸਕੀਏ? ਦਾਤਿਆ ਸਾਰੀ ਤਾਕਤ, ਸਾਰਾ ਜ਼ੋਰ ਤੇਰਾ ਹੈ, ਜੋ ਕੁਝ ਤੂੰ ਕਰਨਾ ਹੈ ਉਹ ਅਸੀਂ ਨਹੀਂ ਕਰ ਪਾਉਣਾ। ਅਸੀਂ ਜੀਵ ਸਿਰਫ ਤੇਰੇ ਚਰਨਾਂ 'ਚ ਅਰਦਾਸ ਕਰ ਸਕਦੇ ਹਾਂ, ਬਸ ਇੰਨੀ ਕੁ ਤਾਕਤ ਹੈ ਕਿ ਵੀ ਅਰਦਾਸ ਕਰ ਸਕੀਏ। ਸੁਣਨਾ ਨਾ ਸੁਣਨਾ ਇਹ ਅੱਗੇ ਤੇਰੀ ਮਰਜ਼ੀ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਬਲ ਛੁਟਕਿਓ ਬੰਧਨ ਭਰੇ, ਕਛੂ ਨਾ ਹੋ ਤੇ ਉਪਾਏ, ਕੋਈ ਉਪਾਅ ਨਾ ਹੋਵੇ, ਕਿਸੇ ਹੀਲੇ ਵਸੀਲੇ ਤੋਂ ਕੁਝ ਨਾ ਹੋ ਪਾ ਰਿਹਾ ਹੋਵੇ। ਤੇ ਸਤਿਗੁਰੂ ਜੀ ਕਹਿੰਦੇ ਆ, ਕਹੋ ਨਾਨਕ ਅਬ ਓਟ ਹਰ, ਇੱਕ ਕੰਮ ਕਰ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕੁਝ ਨਾ ਕਰ, ਕੋਈ ਗੱਲ ਨਹੀਂ, ਸਾਰਾ ਕੁਝ ਹਾਰ ਗਿਆ, ਸਾਰਾ ਕੁਝ ਖਤਮ ਹੋ ਗਿਆ, ਪਰ ਇੱਕ ਆਸਰਾ ਰੱਬ ਦਾ ਲੈ ਲੈ। ਜਿਹੜੇ ਰੱਬ ਦੇ ਆਸਰੇ ਲੈਂਦੇ ਆ, ਰੱਬ ਉਹਨਾਂ ਨੂੰ ਫਾਈਆਂ ਤੋਂ, ਬੰਧਨਾਂ ਤੋਂ ਬਚਾ ਲੈਂਦਾ। ਚਲੋ ਇਤਿਹਾਸ ਦੇ ਵਿੱਚ ਅਨੇਕਾਂ ਉਦਾਹਰਨਾਂ ਨੇ, ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ 'ਚੋਂ ਹੀ ਲੈ ਲਈਏ ਆਪਾਂ। ਭਾਈ ਮੱਖਣ ਸ਼ਾਹ ਲੁਬਾਣਾ, ਇਤਿਹਾਸ ਵਿੱਚ ਜ਼ਿਕਰ ਹੁੰਦਾ, ਭਰੀਆਂ ਦਰਿਆ ਦੀਆਂ ਛੱਲਾਂ, ਸਮੁੰਦਰ ਦੀਆਂ ਛੱਲਾਂ ਬੇੜੀ ਨੂੰ ਸਮੁੰਦਰ ਦੇ ਵਿੱਚ ਧੱਕਦੀਆਂ ਨੇ। ਹੁਣ ਚਾਰੇ ਪਾਸਿਓਂ ਉਹਨੂੰ ਪਤਾ ਹੈ ਕਿ ਵੀ ਕੋਈ ਵਸੀਲਾ ਨਹੀਂ, ਹਾਰ ਗਿਆ। ਕਿੰਨਾ ਕੁ ਉਹ ਆਪਣਾ ਜ਼ੋਰ ਲਾਉਂਦਾ, ਕਿੰਨੀ ਕੁ ਆਪਣੀ ਤਾਕਤ, ਉਹਦੇ ਨਾਲ ਦੇ ਨੌਕਰ ਜਿਹੜੇ ਉਹਨੇ ਜਹਾਜ਼ ਵਿੱਚ ਕੰਮ ਕਰਨ ਵਾਲੇ ਰੱਖੇ ਆ, ਇਤਿਹਾਸ ਕਹਿੰਦਾ ਉਹਨਾਂ ਦੇ ਵੀ ਸੱਟਾਂ ਲੱਗ ਗਈਆਂ ਜਹਾਜ਼ ਬਚਾਉਂਦੇ ਬਚਾਉਂਦੇ, ਪਰ ਉਹ ਵੀ ਹੱਥ ਖੜੇ ਕਰ ਗਏ ਤੇ ਕਹਿਣ ਲੱਗੇ, ਭਾਈ ਮੱਖਣ ਸ਼ਾਹ ਲੁਬਾਣਾ ਜੀ, ਸਾਡੇ ਵੱਸ ਦੀ ਕਹਾਣੀ ਨਹੀਂ ਹੈ,
ਇਹ ਹੁਣ ਤੁਸੀਂ ਆਪ ਹੀ ਕੋਈ ਉਪਰਾਲਾ ਕਰ ਲਓ ਤਾਂ ਜਹਾਜ਼ ਡੁੱਬਣ ਤੋਂ ਬਚ ਜਾਏਗਾ, ਨਹੀਂ ਤੇ ਇਹ ਬਚਣਾ ਨਹੀਂ ਜੇ। ਉਸ ਵੇਲੇ ਕੀ ਸੁਝਦਾ ਭਲਾ ਉਹਨੂੰ? ਉਸ ਵੇਲੇ ਉਹਨੂੰ ਸੁਝਦਾ ਹੈ ਕਿ ਵੀ ਜੇ ਕੋਈ ਵਸੀਲਾ ਨਹੀਂ, ਕੋਈ ਢੰਗ ਨਹੀਂ, ਕੋਈ ਤਰੀਕਾ ਨਹੀਂ, ਜੇ ਛੱਲਾਂ ਇਸ ਤਰ੍ਹਾਂ ਪੈਂਦੀਆਂ ਰਹੀਆਂ ਸਾਰੇ ਮਾਰੇ ਜਾਵਾਂਗੇ। ਫਿਰ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਹੈ, ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਦਾ, ਬੇਨਤੀ ਕਰਦਾ, ਇੰਨੇ ਪਿਆਰ ਵਿੱਚ ਇੰਨੇ ਭਿੱਜ ਕੇ ਬੇਨਤੀ ਕਰਦਾ। ਗੁਰੂ ਤੇਗ ਬਹਾਦਰ ਮਹਾਰਾਜ ਉਹਦੀ ਬੇਨਤੀ ਸੁਣਦੇ ਆ। ਇੱਕ ਉਦਾਹਰਨ ਨਹੀਂ ਹੈ, ਅਨੇਕਾਂ ਉਦਾਹਰਨਾਂ ਨੇ ਇਤਿਹਾਸ ਦੇ ਅੰਦਰ। ਅਰਦਾਸ ਦੇ ਅੰਦਰ ਬੜੀ ਤਾਕਤ ਹੈ। ਚਲੋ ਸਾਡੀ ਭਾਵਨਾ, ਸਾਡੀ ਸ਼ਰਧਾ ਤੇ ਸਾਡੀ ਮਨਸ਼ਾ ਦੇ ਉੱਤੇ ਗੱਲ ਖਲੋਤੀ ਹੈ ਕਿ ਵੀ ਕਿਸ ਭਾਵ ਵਿੱਚ ਆਪਾਂ ਕਰਦੇ ਹਾਂ। ਹਾਂ, ਹੰਕਾਰ ਵਿੱਚ ਆ ਕੇ ਨਹੀਂ, ਆਪਣੀ ਮੈਂ ਆਪਣੀ ਹਉਮੈ ਵਿੱਚ ਆ ਕੇ ਨਹੀਂ। ਅਰਦਾਸ ਹਉਮੈ ਵਾਲਾ ਤੇ ਕਦੀ ਕਰ ਹੀ ਨਹੀਂ ਜੇ ਸਕਦਾ। ਅੰਦਰੋਂ ਭਿੱਜ ਕੇ ਆਤਮਾ ਤੋਂ ਜਿਹੜਾ ਕਰਦਾ ਹੈ ਅਰਦਾਸ, ਉਹਦੀ ਸੁਣੀ ਜਾਂਦੀ ਹੈ। ਸੋ ਅਗਲੇ ਬਚਨ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਹੋਰ ਕਮਾਲ ਦੀ ਗੱਲ ਕਰਦੇ ਆ। ਚਲੋ ਦੋਵੇਂ ਬਚਨ ਸੇਮ ਹੀ ਨੇ। ਅਗਲੇ ਵਿੱਚ ਕਹਿੰਦੇ ਆ ਬਲ ਹੋਆ ਬੰਧਨ ਛੁਟੇ। ਇਹਦੇ ਭਾਵ ਕਿ ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਪਹਿਲੀ ਗੱਲ ਸਾਨੂੰ ਡਿੱਗਣਾ ਨਹੀਂ ਆਇਆ। ਜੇ ਕਿਤੇ ਸਾਨੂੰ ਡਿੱਗਣਾ ਆ ਜਾਏ ਤੇ ਚੇਤੇ ਰੱਖਣਾ ਧੰਨ ਗੁਰੂ ਅਮਰਦਾਸ ਮਹਾਰਾਜ। ਉਸ ਦਿਨ ਵੀ ਮੈਂ ਤੁਹਾਡੇ ਨਾਲ ਰਿਪੀਟ ਕਰ ਰਿਹਾ, ਮੈਨੂੰ ਮਾਫ ਕਰਨਾ। ਡਿੱਗਣਾ ਆ ਜਾਏ ਸਾਨੂੰ, ਹਾਲਾਂਕਿ ਅਜੇ ਅਸੀਂ ਡਿੱਗਣਾ ਸਿੱਖ ਨਹੀਂ ਪਾਏ। ਆਪਾਂ ਸਿਰਫ ਉਹੀ ਬਚਪਨ ਵਿੱਚ ਡਿੱਗੇ ਮਾਂ ਬਾਪ ਨੇ ਚੁੱਕ ਲਿਆ, ਬਸ ਆਹੀ ਕਹਾਣੀਆਂ ਸਾਡੇ ਨਾਲ ਜੁੜੀਆਂ ਨੇ। ਪਰ ਬੇਨਤੀ ਕਰਾਂ, ਉਸ ਦਿਨ ਵੀ ਬੇਨਤੀ ਸਾਂਝ ਕੀਤੀ ਸੀ, ਬਾਬਾ ਅਮਰਦਾਸ ਮਹਾਰਾਜ ਵਡੇਰੀ ਉਮਰ ਮੋਢੇ ਤੇ ਗਾਗਰ ਚੁੱਕੀ ਲਈ ਆਉਂਦੇ ਆ ਤੇ ਕਿਸੇ ਦੇ ਘਰ ਦੇ ਕੋਲ ਆ ਕੇ ਜਦੋਂ ਡਿੱਗਦੇ ਆ, ਅੰਦਰੋਂ ਆਵਾਜ਼ ਆਉਂਦੀ ਹੈ ਕਿ ਵੀ ਇਹ ਕੌਣ ਹੈ, ਤੇ ਆਵਾਜ਼ ਆਉਂਦੀ ਅਮਰੂ ਨਿਥਾਵਾਂ ਹੋਏਗਾ। ਤੇ ਉਸ ਤੋਂ ਬਾਅਦ ਜਿਹੜੀ ਕਹਾਣੀ ਬਣਦੀ ਹੈ, ਗੁਰੂ ਅੰਗਦ ਦੇ ਮਹਾਰਾਜ ਸਤਿਗੁਰੂ ਜੀ ਦੇ ਕੋਲ ਆਉਂਦੇ ਆ। ਜਦੋਂ ਸਤਿਗੁਰੂ ਜੀ ਪੁੱਛਦੇ ਆ ਸਿੱਖਾ ਕੀ ਗੱਲ ਹੋ ਗਈ, ਤੇ ਸਤਿਗੁਰੂ ਸਾਰਾ ਕੁਝ ਦੱਸਦੇ ਆ। ਤੇ ਗੁਰੂ ਅੰਗਦ ਦੇ ਮਹਾਰਾਜ ਇੱਕ ਗੱਲ ਕਹਿੰਦੇ ਆ, ਸਿੱਖਾ ਪੁਰਖਾ ਮੈਂ ਚਾਹੁੰਦਾ ਸਾਂ ਤੂੰ ਡਿੱਗੇ, ਤੇ ਡਿੱਗਦੇ ਹੋਏ ਨੂੰ ਮੈਂ ਚੁੱਕ ਕੇ ਆਪਣੀ ਗਲ ਵਕੜੀ ਵਿੱਚ ਲੈ ਲਾਂ। ਕੱਲਾ ਗਲ ਵਕੜੀ ਵਿੱਚ ਨਹੀਂ, ਮੈਂ ਤਾਂ ਤੈਨੂੰ ਆਪਣਾ ਤਖਤ ਦੇ ਦਿਆਂ। ਆਹ ਹੈ ਡਿੱਗਿਆਂ ਹੋਇਆਂ ਦੀਆਂ ਗੱਲਾਂ। ਸਾਨੂੰ ਡਿੱਗਣਾ ਨਹੀਂ ਆਉਂਦਾ। ਸੋ ਇੱਥੇ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਬਲ ਹੋਆ ਬੰਧਨ ਛੁਟੇ। ਬਲ ਹੋਆ ਭਾਵ ਕੀ ਹੈ? ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਤਾਂ ਮਾਇਆ ਦਾ ਟਾਕਰਾ ਕਰਨ ਦੇ ਲਈ ਉਹਦੇ ਕੋਲ ਤਾਕਤ ਆ ਜਾਂਦੀ ਹੈ। ਭਾਵ ਸੰਸਾਰ ਦੇ ਨਾਲ ਕਿਵੇਂ ਲੜਨਾ ਹੈ, ਇਹ ਨਹੀਂ ਹਥਿਆਰ ਚੁੱਕ ਕੇ ਤੇ ਜਣੇ ਖਣੇ ਦੇ ਨਾਲ ਲੜਦਾ ਫਿਰੇ, ਉਹ ਟਾਕਰੇ ਦੀ ਗੱਲ ਨਹੀਂ ਹੈ ਇੱਥੇ। ਕਿਸ ਟਾਕਰੇ ਦੀ ਗੱਲ ਹੈ? ਸੰਸਾਰ ਤੇ ਰਹਿੰਦਿਆਂ ਦੁੱਖਾਂ ਮੁਸੀਬਤਾਂ, ਆ ਜੋ ਕੁਝ ਵੀ ਆਪਾਂ ਵੇਖ ਰਹੇ ਹਾਂ, ਜਿਨ੍ਹਾਂ ਦੇ ਨਾਲ ਅੱਜ ਲੜਨ ਤੋਂ ਬੰਦਾ ਅਸਮਰਥ ਹੋਇਆ ਬੈਠਾ, ਸਤਿਗੁਰੂ ਜੀ ਕਹਿੰਦੇ ਉਸ ਮਾਇਆ, ਉਸ ਵਿਕਾਰਾਂ ਦੇ ਨਾਲ ਕਿਵੇਂ ਲੜਨਾ, ਇਹ ਤਾਕਤ ਸਤਿਗੁਰੂ ਆਪ ਉਹਨੂੰ ਬਖਸ਼ਦਾ ਹੈ। ਬਲ ਹੋਆ ਬੰਧਨ ਛੁੱਟੇ ਸਭ ਕਛੁ ਕਿਛ ਹੋਤ ਉਪਾਏ। ਪਿਛਲੇ ਵਿੱਚ ਕਿਹਾ ਸੀ ਕਿ ਵੀ ਕਛੂ ਨਾ ਹੋਤ ਉਪਾਏ, ਤੇ ਅਗਲੇ ਵਿੱਚ ਕਹਿੰਦੇ ਜਦੋਂ ਤੂੰ ਸਹਾਰਾ ਗੁਰੂ ਦਾ ਲੈ ਲੇਗਾ ਸਾਰੇ ਉਪਾਅ ਤੈਨੂੰ ਗੁਰੂ ਦੱਸ ਦੇਗਾ। ਤੇ ਲਾਸਟ ਵਿੱਚ ਕਹਿੰਦੇ ਆ ਨਾਨਕ ਸਭ ਕਿਛ ਤੁਮਰੇ ਹੱਥ ਮੈਂ। ਬੰਦੇ ਦੇ ਹੱਥ ਵਿੱਚ ਕੁਝ ਨਹੀਂ, ਬੰਦਾ ਕਿੰਨੀਆਂ ਕੁ ਛਾਲਾਂ ਮਾਰੇਗਾ। ਅੱਜ ਦੇ ਸਮੇਂ ਦੇ ਅੰਦਰ ਇਹ ਚੱਲਦੀ ਬਿਮਾਰੀ ਦੇ ਅੰਦਰ ਕਿੰਨੀਆਂ ਕੁ ਛਾਲਾਂ ਬੰਦਾ ਮਾਰ ਰਿਹਾ, ਬੰਦਾ ਕੁਝ ਕਰ ਪਾ ਰਿਹਾ? ਦੁਨੀਆ ਦਾ ਹਰੇਕ ਬੰਦਾ ਹੱਥ ਖੜਾ ਪਿਆ ਕਰਦਾ ਹੈ। ਤੇ ਮੈਂ ਅਸਲ ਇੱਕ ਬਚਨ ਸਾਂਝਾ ਕਰਦਾ, ਅਕਸਰ ਬਚਨ ਆਉਂਦਾ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸਾਡੇ ਹੱਥ ਵਿੱਚ ਕੁਝ ਨਹੀਂ, ਆਪਾਂ ਕੁਝ ਕਰੀਏ, ਕਿਉਂਕਿ ਸਭ ਕੁਝ ਕਰਨ ਕਰਾਵਣ ਵਾਲਾ ਤੇ ਕਰਤਾ ਹੈ। ਬਚਨ ਫਿਰ ਆਪਾਂ ਪੜ੍ਹਦੇ ਹਾਂ, ਕਰਨ ਕਰਾਵਨ ਪ੍ਰਭ ਏਕ ਹੈ ਦੂਸਰ ਨਾਏ ਕੋਏ। ਉਹਦੇ ਤੋਂ ਬਿਨਾਂ ਦੂਜਾ ਕੌਣ ਕਰ ਸਕਦਾ ਹੈ? ਤੇ ਇੱਥੇ ਸਤਿਗੁਰੂ ਜੀ ਕਹਿੰਦੇ ਨਾਨਕ ਸਭ ਕਿਛ ਤੁਮਰੇ ਹੱਥ ਮੈਂ। ਹੇ ਵਾਹਿਗੁਰੂ ਸਾਰਾ ਕੁਝ ਤੇਰੇ ਹੱਥ ਦੇ ਵਿੱਚ ਹੈ। ਹੁਣ ਜਿਵੇਂ ਤੂੰ ਹੱਥ ਖੋਲ੍ਹਦਾ ਹੈ, ਜਿਵੇਂ ਤੂੰ ਸੰਸਾਰ ਨੂੰ ਘੁਮਾਉਂਦਾ, ਸੰਸਾਰ ਉਵੇਂ ਚੱਲਦਾ। ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਸਾਰਿਆਂ ਦੀ ਸਹਾਇਤਾ, ਸਾਰਿਆਂ ਦੀ ਮਦਦ ਕਰਨ ਵਾਲਾ ਇਹ ਵਾਹਿਗੁਰੂ ਨਿਰੰਕਾਰ ਸਤਿਗੁਰ ਤੂੰ ਹੀ ਹੋਈ ਹੈ, ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 3 ਬਚਨ
अगले जिहड़े आ वो आपां सांझे करने आ। 3 बचन ही रह गए, तकरीबन आपां संपूर्णता वाले पासे आ गए आ। सो सतगुर दाता कृपा करे इस तरह सतगुरु जी की हजूरी अंदर आउंदे रहिए, बाणी पढ़ते रहिए। बेनती नाल ये भी करते हैं क्योंकि अगले महीने की 1 तरीक नूं गुरु तेग बहादुर महाराज जी का प्रकाश दिहाड़ा 400 साला, उस दे संबंध दे विच एक इतिहास की लड़ी मैं आप जी दे नाल गुरु तेग बहादुर महाराज जी के जीवन की साझी करांगा। आस है कि भी इस तरह आप जी गुरु घर आवोगे तो बाणी पढ़ते तो सुनते तो विचारते रहोगे। सतगुरु दाता आप सबना नूं चढ़दी कला बख्शे जी। वाहिगुरू जी का खालसा, वाहिगुरू जी की फतेह। राम कली महला तीजा। आनंद एक ओंकार।